ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਡੂੰਘੀਆਂ ਸਿਖਰਾਂ, ਭਾਗ 12ਵਾਂ। ਯਾਦ ਕਰਦਿਆਂ। ਤੂੰ ਰੱਬ ਦੀ ਹੋਂਦ ਦਾ ਸਬੂਤ ਹੈ। ਜਦੋਂ ਤੇਰੀ ਯਾਦ ਆਉਂਦੀ ਹੈ ਤਾਂ ਵਕਤ ਬੜਾ ਕੀਮਤੀ ਲੱਗਣ ਲੱਗ ਪੈਂਦਾ ਹੈ ਅਤੇ ਉਦਾਸ ਹੋਣਾ ਚੰਗਾ ਚੰਗਾ ਲੱਗਦਾ ਹੈ। ਤੇਰੀ ਯਾਦ ਆਉਂਦਿਆਂ ਹੀ ਦਿਲ ਕਹਿੰਦਾ ਹੈ, ਤੂੰ ਤਾਂ ਇੱਥੇ ਹੀ ਕਿਧਰੇ ਹੈ ਅਤੇ ਹੁਣੇ ਆਵਾਜ਼ ਮਾਰ ਕੇ ਬੁਲਾ ਲਵੇਂਗੀ। ਤੈਨੂੰ ਉਡੀਕਦੀਆਂ ਥੱਕੀਆਂ ਅੱਖਾਂ ਵਿੱਚੋਂ ਆਸਾਂ ਦੇ ਸੁਪਨੇ ਘਰਾਂ ਨੂੰ ਮੁੜਦੇ ਪੰਛੀਆਂ ਦੀਆਂ ਡਾਰਾਂ ਵਾਂਗ ਲੰਘਦੇ ਹਨ। ਤੇਰੇ ਨਾਂ ਆਉਣ ਦੀ ਸੂਰਤ ਵਿੱਚ ਇੱਕ ਮਹਿਕ ਦੀ ਢੂੰਡ ਜਿਹੀ ਰਹਿੰਦੀ ਹੈ ਅਤੇ ਇੱਕ ਦੀਵਾ ਤੇਰੀ ਯਾਦ ਦਾ ਦਿਲ ਦੀ ਧੁਰ ਅੰਦਰਲੀ ਦਰਗਾਹ ਵਿੱਚ ਦਿਨ ਰਾਤ ਬਲਦਾ ਹੈ। ਅਕਸਰ ਜਦੋਂ ਹਨੇਰੇ ਸੰਘਣੇ ਹੋ ਜਾਂਦੇ ਹਨ ਤਾਂ ਵਿਛੜਨ ਦੀਆਂ ਪੀੜਾਂ ਢਾਣੀਆਂ ਬੰਨ੍ਹ ਕੇ ਆਣ ਪਹੁੰਚਦੀਆਂ ਹਨ ਅਤੇ ਕਿਉਂਕਿ ਇਹ ਪੀੜਾਂ ਤੇਰੀ ਸੌਗਾਤ ਹਨ, ਸੋ ਇਹ ਵਿਛੋੜਾ ਹੰਢਾਉਣਾ ਅਤੇ ਬਿਰਹਾ ਮਾਨਣ ਦਾ ਮੌਸਮ ਬਣ ਜਾਂਦੀਆਂ ਹਨ। ਸਬੱਬ ਕੋਈ ਹੋਵੇ, ਦਿਲ ਤੇਰਾ ਧੰਨਵਾਦ ਕਰਨ ਨੂੰ ਨਹੀਂ ਰੁਕਦਾ। ਦਿਲ ਕਹਿੰਦਾ ਹੈ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਅੱਜ ਚੱਲੀਏ ਇੱਕ ਪੁਰਾਣੀ ਯਾਤਰਾ ਤੇ, ਉਹਨਾਂ ਗਲੀਆਂ ਮੁਹੱਲਿਆਂ ਅਤੇ ਬਾਗਾਂ ਬਗੀਚਿਆਂ ਵਿੱਚ ਜਿੱਥੇ ਅਸੀਂ ਜਵਾਨ ਹੋਏ ਸਾਂ ਤੇ ਸਾਡੇ ਨਾਲ ਹੀ ਸਾਰਾ ਜਹਾਨ ਜਵਾਨ ਹੋ ਗਿਆ ਸੀ। ਸਾਡੀ ਮੁਹੱਬਤ ਤਰੇਲ ਵਾਂਗ ਸੁੱਚੀ ਸੀ। ਉਦੋਂ ਵੀ ਅਸੀਂ ਇੱਕ ਯਾਤਰਾ ਤੇ ਨਿਕਲੇ ਸਾਂ ਜਿਸ ਦਾ ਨਾ ਕੋਈ ਆਰੰਭ ਸੀ ਨਾ ਹੀ ਅੰਤ। ਇਹ ਦਰਦ ਦੀ ਯਾਤਰਾ ਸੀ ਜਿਸ ਵਿੱਚ ਸਾਨੂੰ ਹੌਂਕੇ ਲੈਣ ਦੀ ਜਾਂਚ ਆਈ ਸੀ। ਉਸ ਵੇਲੇ ਤੂੰ ਪਿਆਰ ਦੇ ਰਸੀਲੇ ਰਸ ਅਤੇ ਹਰਿਆਵਲ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਅਤੇ ਹਰ ਚੀਜ਼ ਸਾਡੀ ਪਹੁੰਚ ਵਿੱਚ ਲੱਗਦੀ ਸੀ। ਤੂੰ ਚੰਨ ਵਰਗੀ ਨਹੀਂ ਸੀ, ਚੰਨ ਤੇਰੇ ਵਰਗਾ ਸੀ ਅਤੇ ਮੈਂ ਸਮਝਦਾ ਸਾਂ ਰੱਬ ਮੇਰੇ ਗੁਆਂਢ ਵਿੱਚ ਰਹਿੰਦਾ ਸੀ। ਪਰ ਜਵਾਨੀ ਵਿੱਚ ਸਾਡੇ ਤੋਂ ਇੱਕ ਗਲਤ ਕਦਮ ਚੁੱਕਿਆ ਗਿਆ ਸੀ। ਫਿਰ ਅਸੀਂ ਉਮਰ ਭਰ ਠੀਕ ਰਸਤਾ ਲੱਭਦੇ ਰਹੇ ਪਰ ਲੱਭ ਨਾ ਸਕੇ ਕਿਉਂਕਿ ਸਾਰੇ ਰਸਤੇ ਗੁਆਚ ਗਏ ਸਨ ਅਤੇ ਮਜਬੂਰੀਆਂ ਵਿਚਕਾਰ ਆ ਕੇ ਬਹਿ ਗਈਆਂ ਸਨ। ਅਸੀਂ ਮਿਲਣ ਦੇ ਚਾਵਾਂ ਵਿੱਚ ਵਿਛੜ ਗਏ ਸਾਂ ਤੇ ਵਸਣ ਦੀਆਂ ਤਿਆਰੀਆਂ ਵਿੱਚ ਉੱਜੜ ਗਏ ਸਾਂ। ਰੂਹ ਦੇ ਵਿਹੜੇ ਦਾ ਚੰਨ ਕਿਸੇ ਬੱਦਲ ਦੇ ਓਲੇ ਕੈਦ ਹੋ ਗਿਆ ਸੀ। ਉਦੋਂ ਤੋਂ ਸੱਜਣ ਦੀ ਯਾਦ ਅੱਗੇ ਅੱਗੇ ਅਤੇ ਪਿੱਛੇ ਪਿੱਛੇ ਜਿੰਦ ਨਿਮਾਣੀ ਟੁਰਦੀ ਰਹੀ ਹੈ। ਅਸੀਂ ਕੋਸ਼ਿਸ਼ ਤਾਂ ਕੀਤੀ ਸੀ ਕਿ ਖੁਸ਼ਬੂ ਦੇ ਧਾਗਿਆਂ ਨੂੰ ਮੁੜ ਗੰਢ ਮਾਰ ਲਈਏ, ਪਰ ਵਿਛੜਿਆਂ ਨੂੰ ਕੌਣ ਮਿਲਾਉਂਦਾ ਹੈ। ਵਿਛੜੇ ਹੋਏ ਕਿਸੇ ਮੁੱਲ ਨਹੀਂ ਮਿਲਦੇ। ਜੇ ਸੰਭਵ ਹੁੰਦਾ ਤਾਂ ਮੁੱਲ ਤਾਰਨ ਵਾਸਤੇ ਅਸੀਂ ਆਪ ਵਿਕ ਜਾਣਾ ਸੀ। ਤੇਰੇ ਜਾਣ ਨਾਲ ਜਿਹੜੀ ਧੂੜ ਉੱਡੀ ਸੀ ਉਹ ਮੇਰੀਆਂ ਅੱਖਾਂ ਦਾ ਸੁਰਮਾ ਬਣ ਗਈ ਸੀ ਅਤੇ ਝੋਲੀ ਆਪਣੀ ਵਿੱਚ ਤੇਰੀਆਂ ਯਾਦਾਂ ਮੈਂ ਸਾਂਭ ਲਈਆਂ ਸਨ। ਤੇਰੀਆਂ ਇਹ ਯਾਦਾਂ ਰੁੱਖਾਂ ਦੀ ਚੁੱਪ ਵਿੱਚੋਂ, ਵਗਦੀ ਪੌਣ ਵਿੱਚੋਂ, ਪੰਛੀਆਂ ਦੇ ਗੀਤਾਂ ਵਿੱਚੋਂ ਅਤੇ ਵਗਦੇ ਪਾਣੀਆਂ ਵਿੱਚੋਂ ਨਵੇਂ ਰੂਪ ਧਾਰ ਕੇ ਜ਼ਿੰਦਗੀ ਦੇ ਹਰ ਮੋੜ ਤੇ ਮਿਲਦੀਆਂ ਹਨ। ਵਕਤ ਦੀ ਵਿੱਥ ਨਾਲ ਜਦੋਂ ਉਦਾਸੀ ਦੀ ਰੌਣਕ ਵਾਲੇ ਉਹਨਾਂ ਦਿਲਾਂ ਨੂੰ ਯਾਦ ਕਰਦਾ ਹੈ ਤਾਂ ਸੋਚਦਾ ਹਾਂ ਘਾਟੇ ਤਾਂ ਬੜੇ ਪਏ ਪਰ ਤੇਰੀ ਯਾਦ ਕੋਲ ਹੋਣ ਕਾਰਨ ਦਿਵਾਲਾ ਨਹੀਂ ਨਿਕਲਿਆ। ਤੈਨੂੰ ਯਾਦ ਕਰਨ ਅਤੇ ਉਡੀਕਣ ਵਿੱਚੋਂ ਮੈਨੂੰ ਆਨੰਦ ਮਿਲਦਾ ਹੈ। ਰਸਤੇ ਵੱਲ ਵੇਖੀ ਜਾਣਾ ਚੰਗਾ ਲੱਗਦਾ ਹੈ ਕਿਉਂਕਿ ਇੱਕ ਵਿਸ਼ਵਾਸ ਜਿਹਾ ਹੈ ਕਿ ਜੇ ਉਡੀਕਦਾ ਰਿਹਾ ਤਾਂ ਜ਼ਰੂਰ ਆਵੇਂਗੀ, ਕਿਉਂਕਿ ਹਵਾਵਾਂ ਵਿੱਚ ਤੇਰੇ ਆਉਣ ਦਾ ਇਕਰਾਰ ਹੈ। ਤੇਰੀ ਯਾਦ ਗੁੱਝੀਆਂ ਰਮਜ਼ਾਂ ਨਾਲ ਸਮਝਾਉਂਦੀ ਹੈ, ਹਾਰੀ ਦਾ ਨਹੀਂ ਹੁੰਦਾ, ਉਦਾਸ ਨਾ ਹੋ, ਆਸ ਰੱਖ, ਚੰਗੇ ਅਤੇ ਚਮਕੀਲੇ ਦਿਨ ਫਿਰ ਆਉਣਗੇ ਜਿਵੇਂ ਬਹੁਤ ਪਹਿਲਾਂ ਆਏ ਸਨ। ਜਦੋਂ ਤੂੰ ਸੁਪਨੇ ਵਿੱਚ ਆਈ ਸੀ ਤਾਂ ਮਨ ਵਿੱਚ ਆਇਆ ਨਿਸ਼ਾਨੀ ਕੋਲ ਰੱਖਣ ਲਈ ਤੇਰੇ ਗਲ ਵਿੱਚ ਪਈ ਮੋਤੀਆਂ ਦੀ ਗਾਨੀ ਮੰਗ ਲਵਾਂ, ਪਰ ਫਿਰ ਤੇਰਾ ਕਿਹਾ ਯਾਦ ਆਇਆ ਕਿ ਪਿਆਰਿਆਂ ਦੀ ਸਭ ਤੋਂ ਵੱਡੀ ਪ੍ਰੇਮ ਨਿਸ਼ਾਨੀ ਉਹਨਾਂ ਦੀ ਸੁੱਚੀ ਯਾਦ ਹੁੰਦੀ ਹੈ। ਇੱਕ ਵਾਰੀ ਤੂੰ ਕਿਹਾ ਸੀ, ਮੇਰਾ ਜੀਵਨ ਯੁੱਧ ਵਿੱਚ ਹੁਣ ਜਿੱਤ ਹੈ। ਹੁਣ ਤੇਰੀ ਯਾਦ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ। ਜਿਹੜੀ ਸ਼ੁੱਧ ਪਵਿੱਤਰ ਲਾਟ
ਵਾਂਗ ਚਮਕੇਗੀ। ਹੁਣ ਮੈਨੂੰ ਡੁੱਬਣ ਦੀ ਵੀ ਕੋਈ ਪਰਵਾਹ ਨਹੀਂ, ਕਿਉਂਕਿ ਕਿਧਰੇ ਨਾ ਕਿਧਰੇ ਕਿਨਾਰੇ ਤੇ ਤੂੰ ਹੋਵੇਂਗਾ। ਅਸੀਂ ਇੱਕ ਦੂਜੇ ਦਾ ਕਿਨਾਰਾ ਹਾਂ, ਵਿਚਕਾਰ ਯਾਦਾਂ ਦਾ ਪੁੱਲ ਹੈ। ਯਾਦਾਂ ਤਾਂ ਹੀ ਉਸਰਦੀਆਂ ਹਨ ਜੇ ਸੰਬੰਧਿਤ ਵਿਅਕਤੀ ਯਾਦ ਰਹਿਣ ਯੋਗ ਹੋਵੇ। ਜੇ ਕੋਈ ਕਿਸੇ ਵੀ ਪੱਖੋਂ ਸਾਡੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਾਉਂਦਾ ਹੈ ਤਾਂ ਉਹ ਆਪਣੇ ਪ੍ਰਭਾਵ ਸਦਕਾ ਯਾਦ ਰਹਿੰਦਾ ਹੈ। ਕੋਈ ਕਿਤਨਾ ਚਿਰ ਯਾਦ ਰਹਿੰਦਾ ਹੈ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਦਾ ਸਾਡੇ ਉੱਤੇ ਪ੍ਰਭਾਵ ਕਿਤਨਾ ਡੂੰਘਾ ਅਤੇ ਵਿਸ਼ਾਲ ਹੈ। ਉਦਾਹਰਨ ਵਜੋਂ ਵਿਦਿਆਰਥੀਆਂ ਨੂੰ ਅਧਿਆਪਕ ਜੀਵਨ ਭਰ ਯਾਦ ਰਹਿੰਦੇ ਹਨ, ਜਿਨ੍ਹਾਂ ਨੇ ਉਹਨਾਂ ਨੂੰ ਪੱਥਰਾਂ ਤੋਂ ਹੀਰੇ ਬਣਾਇਆ ਹੁੰਦਾ ਹੈ। ਪ੍ਰੇਮੀ ਪ੍ਰੇਮਿਕਾ ਇਸ ਲਈ ਯਾਦ ਰਹਿੰਦੇ ਹਨ ਕਿਉਂਕਿ ਉਹਨਾਂ ਨੇ ਸਾਡੇ ਲਈ ਅਨੁਭਵ ਅਤੇ ਸੋਚ ਦੇ ਨਵੇਂ ਨਿਵੇਕਲੇ ਪਾਸਾਰ ਸਿਰਜੇ ਹੁੰਦੇ ਹਨ। ਪਿਆਰ ਦਾ ਅਨੁਭਵ ਇਸ ਲਈ ਸਭ ਤੋਂ ਵੱਧ ਯਾਦ ਰਹਿੰਦਾ ਹੈ ਕਿਉਂਕਿ ਇਸ ਨੇ ਸਾਡੇ ਸਮੁੱਚ ਨੂੰ ਨਵੇਂ ਰੰਗ ਵਿੱਚ ਰੰਗਿਆ ਹੁੰਦਾ ਹੈ। ਅੱਖਾਂ ਉਸ ਦੇ ਦਰਸ਼ਨ ਦੀਦਾਰੀਆਂ ਨਾਲ ਨਿਹਾਲ ਹੋਈਆਂ ਹੁੰਦੀਆਂ ਹਨ। ਕੰਨਾਂ ਨੇ ਉਸ ਦੀ ਆਵਾਜ਼ ਦੇ ਰਾਗ ਨੂੰ ਅਤੇ ਬੋਲਾਂ ਦੀ ਬਾਣੀ ਦੇ ਰਸ ਨੂੰ ਮਾਣਿਆ ਹੁੰਦਾ ਹੈ। ਨੱਕ ਨੇ ਅੰਗਾਂ ਦੀ ਰੌਣਕ ਵਿੱਚੋਂ ਉੱਠਦੀਆਂ ਸੁਗੰਧੀਆਂ ਨੂੰ ਜੀਵਿਆ ਹੁੰਦਾ ਹੈ। ਜੀਵ ਅਤੇ ਬੁੱਲ ਚੁੰਮਣ ਨਾਲ ਸੁਆਦ ਹੋਏ ਹੁੰਦੇ ਹਾਂ ਅਤੇ ਸ਼ੋਅ ਲਈ ਸਾਰੇ ਲਈ ਤਾਂਘਿਆ ਹੁੰਦਾ ਹੈ। ਦੂਜੀ ਧਿਰ ਰਾਹੀਂ ਅਸੀਂ ਆਪਣੇ ਅਨੁਭਵ ਨੂੰ ਮਾਣਦੇ ਹਾਂ ਅਤੇ ਇਹ ਮਾਣੀਆਂ ਹੋਈਆਂ ਘੜੀਆਂ ਕੀਮਤੀ ਯਾਦਾਂ ਬਣ ਜਾਂਦੀਆਂ ਹਨ। ਇਸ ਸ਼ਿੱਦਤ ਕਾਰਨ ਹੀ ਅਸੀਂ ਸਧਾਰਨ ਤੋਂ ਵਿਸ਼ੇਸ਼ ਬਣ ਜਾਂਦੇ ਹਾਂ। ਉਡੀਕ ਅਤੇ ਯਾਦ ਇਸ ਅਨੁਭਵ ਨੂੰ ਹੋਰ ਗੂੜ੍ਹਾ ਕਰਨ ਦੀ ਤਾਂਘ ਵਿੱਚੋਂ ਉਪਜਦੀ ਹੈ। ਪਿਆਰ ਦੀ ਸ਼ਿੱਦਤ ਕਾਰਨ ਇੱਛਾਵਾਂ ਤਾਂਘਾਂ ਬਣ ਜਾਂਦੀਆਂ ਹਨ ਅਤੇ ਦੋਵੇਂ ਧਿਰਾਂ ਸੋਚਦੀਆਂ ਹਨ, ਜਿਤਨਾ ਪਿਆਰ ਕੀਤਾ ਜਾਣਾ ਚਾਹੀਦਾ ਹੈ ਉਤਨਾ ਕੀਤਾ ਨਹੀਂ, ਹੋਰ ਕਰਨ ਦੀ ਲੋੜ ਹੈ। ਇਹੀ ਹਾਲ ਕਲਾਕਾਰਾਂ ਅਤੇ ਕਵੀਆਂ ਦਾ ਹੁੰਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਹੋਰ ਮਿਹਨਤ ਦੀ, ਨਿਖਾਰ ਅਤੇ ਡੂੰਘਾਈ ਦੀ ਲੋੜ ਹੈ। ਪ੍ਰੇਮੀ ਵੀ ਆਪਣੇ ਆਪ ਨੂੰ ਕਲਾਕਾਰ ਅਤੇ ਕਵੀ ਸਮਝਦੇ ਹਨ। ਪਿਆਰ ਦੀ ਸ਼ਿੱਦਤ ਵਿੱਚੋਂ ਮਿਹਨਤ ਦੀ ਹਿੰਮਤ ਜਾਗਦੀ ਹੈ। ਪਿਆਰ ਦੀ ਸ਼ਿੱਦਤ ਵਿੱਚੋਂ ਮਿਹਨਤ ਦੀ ਹਿੰਮਤ ਜਾਗਦੀ ਹੈ ਅਤੇ ਸਭ ਵਿਰੋਧਾਂ ਨੂੰ ਸਹਿਣ ਅਤੇ ਮਾਫ਼ ਕਰਨ ਦੀ ਬਿਰਤੀ ਉਪਜਦੀ ਹੈ। ਇਸੇ ਕਰਕੇ ਪ੍ਰੇਮੀਆਂ ਦੇ ਰੋਸਿਆਂ ਅਤੇ ਝਗੜਿਆਂ ਨਾਲ ਡੂੰਘੇ ਰਿਸ਼ਤੇ ਜ਼ਖਮੀ ਨਹੀਂ ਹੁੰਦੇ। ਆਪਣੀ ਪ੍ਰੇਮਿਕਾ ਬਾਰੇ ਸਾਡੀ ਰਾਏ ਉਸ ਦੇ ਰਿਸ਼ਤੇਦਾਰਾਂ ਦੇ ਆਧਾਰ 'ਤੇ ਨਹੀਂ, ਉਸ ਦੀ ਆਪਣੀ ਹਸਤੀ ਦੇ ਆਧਾਰ 'ਤੇ ਉਸਰਦੀ ਹੈ। ਪਿਆਰ ਜਿਤਨਾ ਵਧੇਰੇ ਸੁਹਿਰਦ ਹੁੰਦਾ ਹੈ ਉਤਨਾ ਵਧੇਰੇ ਹੰਢਣਸਾਰ ਹੁੰਦਾ ਹੈ। ਮਮਟੀਆਂ ਦੱਸਦੀਆਂ ਹਨ ਕਿ ਨੀਹਾਂ ਕਿਤਨੀਆਂ ਡੂੰਘੀਆਂ ਹਨ ਅਤੇ ਕਿਤਨੀ ਜੱਦੋ-ਜਹਿਦ ਨਾਲ ਉਸਰੀਆਂ ਹਨ। ਨੀਹਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਿਤਨਾ ਬੋਝ ਚੁੱਕ ਸਕਦੀਆਂ ਹਨ। ਜੱਦੋ-ਜਹਿਦ ਤੋਂ ਬਿਨਾਂ ਕੀਤੇ ਪਿਆਰ ਦੀਆਂ ਯਾਦਾਂ ਨਹੀਂ ਬਣਦੀਆਂ। ਪਿਆਰ ਕਰਦਿਆਂ ਅਸੀਂ ਦੂਜੇ ਨੂੰ ਉਹ ਭੇਤ ਅਤੇ ਸ਼ਕਤੀ ਦਿੰਦੇ ਹਾਂ ਜਿਸ ਨਾਲ ਜੇ ਉਹ ਚਾਹੇ ਤਾਂ ਸਾਨੂੰ ਬਰਬਾਦ ਕਰ ਸਕਦਾ ਹੈ, ਪਰ ਪਿਆਰ ਇਸ ਭਰੋਸੇ ਅਤੇ ਸਿਦਕ ਨਾਲ ਕੀਤਾ ਜਾਂਦਾ ਹੈ ਕਿ ਜੇ ਸੰਸਾਰ ਵਿੱਚ ਮੇਰੀ ਕੋਈ ਧਿਰ ਹੈ ਤਾਂ ਉਹ ਹੀ ਹੈ। ਇਹ ਸਾਂਝ ਇਤਨੀ ਪੀਂਡੀ ਹੋ ਜਾਂਦੀ ਹੈ ਕਿ ਇੰਜ ਲੱਗਦਾ ਹੈ ਕਿ ਉਸਦੇ ਅਥਰੂ ਮੇਰੀਆਂ ਅੱਖਾਂ ਵਿੱਚੋਂ ਟਪਕੇ ਹਨ ਅਤੇ ਉਸਦੇ ਬੁੱਲ੍ਹਾਂ ਨਾਲ ਮੈਂ ਮੁਸਕਰਾਇਆ ਹਾਂ। ਹਰੇਕ ਰਿਸ਼ਤੇ ਦਾ ਮਹੱਤਵ ਵਿਸ਼ਵਾਸ ਦੇ ਘੱਟ ਵੱਧ ਹੋਣ ਦੇ ਅਨੁਪਾਤ ਵਿੱਚ ਹੁੰਦਾ ਹੈ। ਕੀਮਤੀ ਚੀਜ਼ਾਂ ਦਾ ਮੁੱਲ ਉਹਨਾਂ ਦੀ ਘਾਟ ਕਾਰਨ ਹੁੰਦਾ ਹੈ। ਕਿਉਂਕਿ ਪਿਆਰ ਵਿੱਚ ਮਿਲਾਪ ਦੀ ਸਦਾ ਥੁੜ ਰਹਿੰਦੀ ਹੈ, ਸੋ ਮਿਲਾਪ ਦੀ ਤਾਂਘ ਕਦੇ ਸ਼ਾਂਤ ਨਹੀਂ ਹੁੰਦੀ। ਜੇ ਵਿਆਹ ਹੋ ਜਾਵੇ ਤਾਂ ਥੁੜ ਮੁੱਕ ਜਾਵੇ ਤਾਂ ਥੁੜ ਮੁੱਕਣ ਨਾਲ ਮਿਲਣ ਵਾਲੀ ਤਸੱਲੀ ਵੀ ਮੁੱਕ ਜਾਂਦੀ ਹੈ। ਜਿਸ ਨੇ ਵਾਪਸ ਜਾਣਾ ਹੀ ਨਾ ਹੋਵੇ ਉਸ ਦੀ ਪਰਵਾਹ ਨਹੀਂ ਕੀਤੀ ਜਾਂਦੀ। ਉਡੀਕ ਉਹਨਾਂ ਦੀ ਕੀਤੀ ਜਾਂਦੀ ਹੈ ਜਿਹੜੇ ਸਾਡੀਆਂ ਨਜ਼ਰਾਂ ਵਿੱਚ ਕੀਮਤੀ ਅਤੇ ਦੁਰਲੱਭ ਹੁੰਦੇ ਹਨ। ਉਡੀਕਣਾ ਬੜਾ ਥਕਾਊ ਕਾਰਜ ਹੈ, ਪਰ ਉਪਜਾਊ ਇਹ ਉਦੋਂ ਬਣਦਾ ਹੈ ਜਦੋਂ ਉਡੀਕਣ ਯੋਗ ਦੀ ਉਡੀਕ ਕੀਤੀ ਜਾਵੇ। ਉਡੀਕ ਵਿੱਚੋਂ ਕਲਪਨਾ, ਕਲਪਨਾ ਵਿੱਚੋਂ ਕਲਾ, ਕਲਾ ਵਿੱਚੋਂ ਸੁਹਜ, ਸੁਹਜ ਵਿੱਚੋਂ ਸਲੀਕਾ, ਸਲੀਕੇ ਵਿੱਚੋਂ ਸੁੰਦਰਤਾ ਆਦਿ ਦਾ ਇੱਕ ਸਿਲਸਿਲਾ ਚੱਲਦਾ ਹੈ। ਕਿੱਥੇ ਮਿਲਣਾ ਹੈ, ਕਿਵੇਂ ਮਿਲਣਾ ਹੈ, ਕਦੋਂ ਮਿਲਣਾ ਹੈ, ਮਿਲਣਾ ਵੀ ਹੈ ਕਿ ਨਹੀਂ, ਇਹ ਹਰ ਕਿਸੇ ਦੀ ਆਪਣੀ ਪਿਆਰ ਕਹਾਣੀ ਦੇ ਪੱਖ ਹੁੰਦੇ ਹਨ। ਆਪਣੀ ਪਿਆਰ ਕਹਾਣੀ ਇਸ ਲਈ ਚੰਗੀ ਲੱਗਦੀ ਹੈ ਕਿਉਂਕਿ ਅਸੀਂ ਆਪ ਇਸ ਦੇ ਕੇਂਦਰ ਵਿੱਚ ਹੁੰਦੇ ਹਾਂ। ਪ੍ਰੇਮੀ ਉਦਾਸ ਭਾਵੇਂ ਹੋਣ ਪਰ ਨਿਰਾਸ਼ ਨਹੀਂ ਹੁੰਦੇ। ਯਾਦਾਂ ਉਹਨਾਂ ਪਿਆਰਾਂ ਦੀਆਂ ਹੀ ਹੁੰਦੀਆਂ ਹਨ ਜਿਹੜੇ ਪ੍ਰਵਾਨ
ਚੜ੍ਹਨੇ ਚਾਹੀਦੇ ਹਨ, ਪਰ ਚੜ੍ਹੇ ਨਹੀਂ ਹੁੰਦੇ। ਸਮੁੱਚੇ ਸੰਸਾਰ ਵਿੱਚ ਸਾਰੀਆਂ ਪ੍ਰਸਿੱਧ ਪ੍ਰੇਮ ਕਹਾਣੀਆਂ ਅਸਫਲ ਪ੍ਰੇਮ ਦੀਆਂ ਕਹਾਣੀਆਂ ਹਨ। ਅਮਰੀਕਨ ਕਵਿੱਤਰੀ ਐਮਿਲੀ ਡਿਕਸਨ ਨੂੰ ਕੋਈ ਇੱਕ ਵਾਰੀ ਮਿਲਿਆ ਸੀ, ਪਰ ਵਿਛੋੜੇ ਦਾ ਇੱਕ ਸਦੀਵੀ ਕਾਵਿਕ ਦਰਦ ਦੇ ਗਿਆ ਸੀ। ਡਿਕਨਸਨ ਨੇ ਉਸ ਦੀ ਯਾਦ ਵਿੱਚ ਸੈਂਕੜੇ ਕਵਿਤਾਵਾਂ ਲਿਖੀਆਂ, ਪਰ ਜਿਉਂਦੇ ਜੀ ਛਪਵਾਈ ਇੱਕ ਵੀ ਨਾ ਸਾਂਭਦੀ ਰਹੀ। ਗਰੀਬੀ ਕਾਰਨ ਉਸ ਪੁਰਸ਼ ਵਿੱਚ ਪਿਆਰ ਪ੍ਰਗਟਾਉਣ ਦੀ ਦਲੇਰੀ ਨਾ ਉਪਜੀ, ਪਰ ਕਵਿੱਤਰੀ ਦੀਆਂ ਅੱਖਾਂ ਉਸ ਨੂੰ ਉਡੀਕਦੀਆਂ ਰਹੀਆਂ ਸਨ। ਅੰਤ ਵਿੱਚ ਉਸ ਦੀ ਇੱਕੋ ਇੱਕ ਟੇਕ ਕਵਿਤਾ ਰਹਿ ਗਈ ਸੀ। ਉਸ ਨੇ ਜ਼ਿੰਦਗੀ ਭਰ ਉਡੀਕਿਆ। ਜਿਉਂ-ਜਿਉਂ ਤਾਂਘ ਵੱਧਦੀ ਗਈ, ਤਿਉਂ-ਤਿਉਂ ਉਸ ਦੀ ਕਵਿਤਾ ਸੂਖਮ ਹੁੰਦੀ ਗਈ। ਉਸ ਨੇ ਲਿਖਿਆ, ਤੈਨੂੰ ਪਿਆਰ ਕਰਨਾ ਮੇਰੇ ਨਸੀਬਾਂ ਵਿੱਚ ਸੀ, ਪਰ ਤੇਰਾ ਮਿਲਣਾ ਮੇਰੀ ਕਿਸਮਤ ਤੋਂ ਬਾਹਰ ਸੀ। ਮੈਂ ਚਾਨਣ ਤੋਂ ਵਿਛੜੀ ਹੋਈ ਦੀਵੇ ਦੀ ਇੱਕ ਲਾਟ ਹਾਂ, ਅੱਧਾ ਦਿਨ ਤੈਨੂੰ ਉਡੀਕਦਿਆਂ ਅਤੇ ਸਾਰੀ ਸ਼ਾਮ ਤੈਨੂੰ ਯਾਦ ਕਰਦਿਆਂ ਲੰਘਦੀ ਹੈ। ਅਜੇ ਤੱਕ ਤੇਰੇ ਖੱਤਾਂ ਵਿੱਚੋਂ ਤੇਰੀ ਖੁਸ਼ਬੂ ਨਹੀਂ ਗਈ। ਜੇ ਤੇਰੀ ਯਾਦ ਨਾ ਆਵੇ ਤਾਂ ਰੰਗ ਵੀ, ਨੂਰ ਵੀ, ਹਵਾ ਵੀ, ਮੈਂ ਵੀ ਉਦਾਸ ਰਹਿੰਦੇ ਹਾਂ। ਮੇਰੀਆਂ ਸੋਚਾਂ ਅਤੇ ਮੇਰੇ ਅਮਲਾਂ ਉੱਪਰ, ਮੇਰੀ ਨੀਂਦ ਅਤੇ ਸੁਪਨਿਆਂ ਉੱਤੇ ਤੂੰ ਰਾਜ ਕੀਤਾ ਹੈ। ਮੈਂ ਤੈਨੂੰ ਹਰ ਰਸਤੇ 'ਤੇ ਉਡੀਕਿਆ ਹੈ। ਤੇਰਾ ਮੁੜ ਆਉਣਾ ਪਤਝੜ ਵਿੱਚ ਬਹਾਰ ਹੋਵੇਗੀ। ਤੇਰੀ ਆਵਾਜ਼ ਸੁਣਨੀ ਸੁਨਸਾਨ ਵਿੱਚ ਪੰਛੀਆਂ ਦੇ ਟਹਿਕਣ ਵਾਂਗ ਹੋਵੇਗੀ। ਜੇ ਮੇਰੇ ਕੋਲ ਤੇਰੀ ਯਾਦ ਵਿੱਚ ਕਵਿਤਾ ਲਿਖਣ ਦੀ ਧਰਵਾਸ ਨਾ ਹੁੰਦੀ ਤਾਂ ਮੈਂ ਆਪਣੀਆਂ ਭਾਵਨਾਵਾਂ ਦੇ ਸੇਕ ਨਾਲ ਹੀ ਸੜ ਜਾਣਾ ਸੀ। ਐਮਿਲੀ ਡਿਕਨਸਨ ਆਪਣੀਆਂ ਸੂਖਮ ਪਿਆਰ ਕਵਿਤਾਵਾਂ ਕਾਰਨ ਅਮਰੀਕਾ ਦੀ ਇੱਕ ਸਨਮਾਨਿਤ ਕਵਿੱਤਰੀ ਹੈ। ਅਸੀਂ ਯਾਦਾਂ ਸਿਰਜਦੇ ਹਾਂ, ਜਿਹੜੀਆਂ ਮਗਰੋਂ ਸਾਡਾ ਸਰਮਾਇਆ ਬਣਦੀਆਂ ਹਨ। ਪ੍ਰੇਮੀ ਸਮਝਦੇ ਹਨ, ਜਿਹੜਾ ਵਕਤ ਇੱਕ ਦੂਜੇ ਦੀ ਹਾਜ਼ਰੀ ਵਿੱਚ ਨਹੀਂ ਲੰਘਦਾ, ਉਹ ਵਿਅਰਥ ਜਾ ਰਿਹਾ ਹੈ। ਪਿਆਰ ਬਹੁਤ ਬੋਲਣ ਵਾਲਿਆਂ ਨੂੰ ਚੁੱਪ ਅਤੇ ਚੁੱਪ ਰਹਿਣ ਵਾਲਿਆਂ ਨੂੰ ਬੋਲਣ ਲਾ ਦਿੰਦਾ ਹੈ। ਉਂਝ ਤਾਂ ਪਿਆਰ ਹੀ ਪਿਆਰ ਕਰਨ ਵਾਲਿਆਂ ਨੂੰ ਸੁੰਦਰ ਬਣਾ ਦਿੰਦਾ ਹੈ, ਪਰ ਜੇ ਕੋਈ ਕਿਸੇ ਸਧਾਰਨ ਇਸਤਰੀ ਨੂੰ ਪਿਆਰ ਕਰਦਾ ਹੈ ਤਾਂ ਇਹ ਬੜਾ ਭਾਵੁਕ ਪਿਆਰ ਹੀ ਹੋ ਸਕਦਾ ਹੈ, ਕਿਉਂਕਿ ਜਾਂ ਤਾਂ ਇਸ ਇਸਤਰੀ ਦਾ ਆਪਣੇ ਪ੍ਰੇਮੀ ਉੱਤੇ ਪ੍ਰਭਾਵ ਬੜਾ ਤੀਖਣ ਹੁੰਦਾ ਹੈ, ਜਾਂ ਉਸ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜਿਹੜੇ ਸੁੰਦਰਤਾ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ। ਇਹ ਯਥਾਰਥ ਉੱਤੇ ਕਲਪਨਾ ਦੀ ਜਿੱਤ ਦਾ ਪ੍ਰਮਾਣ ਹੈ। ਯਾਦਾਂ ਇਸ ਲਈ ਚੰਗੀਆਂ ਲੱਗਦੀਆਂ ਹਨ ਕਿਉਂਕਿ ਵਰਤਮਾਨ ਯਥਾਰਥ ਆਧਾਰਿਤ ਹੋਣ ਕਰਕੇ ਕਰੂਪ ਲੱਗਦਾ ਹੈ। ਜੇ ਯਾਦਾਂ ਨਿੱਘੀਆਂ ਹੋਣ ਤਾਂ ਇਕਾਂਤ ਚੰਗਾ ਲੱਗਦਾ ਹੈ। ਯਾਦਾਂ ਲਈ ਇੱਕ ਕਲ ਦੇ ਨਾਲ ਵੇਹਲ ਦੀ ਵੀ ਲੋੜ ਪੈਂਦੀ ਹੈ। ਯਾਦਾਂ ਦਾ ਕਰਤੱਵ ਹੈ ਮਨੁੱਖ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਅਮੀਰ ਅਤੇ ਵਿਸ਼ਾਲ ਕਰਨਾ। ਨਿੱਘੀਆਂ ਯਾਦਾਂ ਕਾਰਨ ਅਸੀਂ ਵਧੇਰੇ ਨਿਪੁੰਨ ਅਤੇ ਉਦਾਰ ਹੀ ਨਹੀਂ ਹੁੰਦੇ, ਸਗੋਂ ਵਧੇਰੇ ਪ੍ਰਵਾਨ ਵੀ ਹੁੰਦੇ ਹਾਂ। ਯਾਦਾਂ ਅਤੇ ਚਿੰਤਨ ਦਾ ਵੀ ਸੰਬੰਧ ਹੈ। ਯਾਦਾਂ ਦਾ ਮੋਹ ਸਾਨੂੰ ਚਿੰਤਨ ਲਈ ਪ੍ਰੇਰਦਾ ਹੈ। ਭਾਵੇਂ ਅਸੀਂ ਬਹੁਤ ਅਮੀਰ ਨਾ ਹੋਈਏ, ਪਰ ਯਾਦਾਂ ਦੀ ਅਮੀਰੀ ਕਾਰਨ ਆਪਣੇ ਆਪ ਨੂੰ ਅਸੀਂ ਗਰੀਬ ਕਦੇ ਵੀ ਨਹੀਂ ਸਮਝਦੇ। ਯਾਦਾਂ ਕਾਰਨ ਸਾਡੇ ਵਿੱਚ ਧੰਨਵਾਦੀ ਬਿਰਤੀ ਉਪਜਦੀ ਹੈ ਅਤੇ ਅਸੀਂ ਆਪਣੇ ਵੇਲਿਆਂ ਨੂੰ ਯਾਦ ਕਰਕੇ ਅਗਲੀ ਪੀੜ੍ਹੀ ਦੀਆਂ ਕੋਤਾਹੀਆਂ ਨੂੰ ਖਿੜੇ ਮੱਥੇ ਅਣਠਿੱਠ ਕਰ ਦਿੰਦੇ ਹਾਂ। ਵਿਦਿਅਕ ਸੰਸਥਾਵਾਂ ਵਿੱਚ ਛੁੱਟੀਆਂ ਇਸ ਲਈ ਹੁੰਦੀਆਂ ਹਨ ਤਾਂ ਜੋ ਵਿਦਿਆਰਥੀ ਪੜ੍ਹੇ, ਸੁਣੇ, ਸਮਝਾਏ ਅਤੇ ਹੰਢਾਏ ਨੂੰ ਆਪਣੀਆਂ ਯਾਦਾਂ ਵਿੱਚ ਟਿਕਾ ਲੈਣ ਅਤੇ ਭਾਂਤ-ਭਾਂਤ ਦੇ ਅਨੁਭਵਾਂ ਦੀਆਂ ਇਹ ਯਾਦਾਂ ਹੀ ਉਹਨਾਂ ਦੇ ਵਿਹਾਰ ਵਿੱਚ ਮਗਰੋਂ ਬੋਲਣ, ਲਿਖਣ ਅਤੇ ਵਰਤੋਂ ਵਿਹਾਰ ਵਿੱਚ ਪ੍ਰਗਟ ਹੁੰਦੀਆਂ ਹਨ। ਜਿਨ੍ਹਾਂ ਨੂੰ ਅਸੀਂ ਅਕਲ ਜਾਂ ਗਿਆਨ ਕਹਿੰਦੇ ਹਾਂ, ਉਹ ਵੀ ਯਾਦਾਂ ਹੀ ਹੁੰਦੀਆਂ ਹਨ, ਕਿਉਂਕਿ ਅਸੀਂ ਨਿੱਤਾਂ ਪ੍ਰਤੀ ਦੀਆਂ ਸਮੱਸਿਆਵਾਂ ਨੂੰ ਯਾਦ ਰਹਿ ਕੇ ਅਨੁਭਵਾਂ ਦੇ ਆਧਾਰ 'ਤੇ ਹੀ ਸੁਲਝਾਉਂਦੇ ਹਾਂ। ਕਿਸੇ ਦੁਰਘਟਨਾ ਕਾਰਨ ਜਦੋਂ ਕੋਈ ਵਿਅਕਤੀ ਆਪਣੀ ਯਾਦ ਸ਼ਕਤੀ ਗੁਆ ਬੈਠਦਾ ਹੈ ਤਾਂ ਉਸ ਲਈ ਕਿਸੇ ਨਾਲ ਕੋਈ ਵੀ ਸੰਬੰਧ ਜੋੜਨਾ ਸੰਭਵ ਨਹੀਂ ਹੁੰਦਾ। ਇੱਕੋ ਜਿਹੇ ਨੈਣ ਨਕਸ਼ ਹੋਣ ਦੇ ਬਾਵਜੂਦ ਜੇ ਅਸੀਂ ਵੱਖਰੇ ਹਾਂ ਤਾਂ ਕਾਰਨ ਇਹ ਹੈ ਕਿ ਹਰੇਕ ਦੀਆਂ ਯਾਦਾਂ ਵੱਖਰੀਆਂ ਹਨ। ਉਂਝ ਅਸੀਂ ਹਾਂ ਸਾਰੇ ਅਧੂਰੇ, ਪਰ ਯਾਦਾਂ ਸਾਨੂੰ ਆਪਣੇ ਸੰਪੂਰਨ ਹੋਣ ਦਾ ਭਰਮ ਸਿਰਜਦੀਆਂ ਹਨ।
ਪਿਆਰ ਆਪਣੇ ਅਤੇ ਦੂਜੇ ਦੇ ਅਧੂਰੇਪਣ ਨੂੰ ਪੂਰਨ ਦਾ ਅਮਲ ਹੁੰਦਾ ਹੈ। ਪ੍ਰੇਮੀ ਇੱਕ ਦੂਜੇ ਲਈ ਅਜਨਬੀ ਹੁੰਦੇ ਹਨ। ਦੋਵੇਂ ਆਪਣੇ ਆਪਣੇ ਦੇਸ਼ ਦੀਆਂ ਗੱਲਾਂ ਕਰਦੇ ਇੱਕ ਸਾਂਝਾ ਦੇਸ਼ ਉਸਾਰ ਲੈਂਦੇ ਹਨ। ਐਵੇਂ ਉਹ ਮੈਂ ਅਤੇ ਤੂੰ ਨੂੰ ਤਿਆਗ ਕੇ ਅਸੀਂ ਵਿੱਚ ਪ੍ਰਵੇਸ਼ ਕਰਦੇ ਹਾਂ। ਪਿਆਰੇ ਦੀ ਹਾਜ਼ਰੀ ਨਾਲ ਪਿਆਰ ਮਜ਼ਬੂਤ ਅਤੇ ਗੈਰ ਹਾਜ਼ਰੀ ਨਾਲ ਤਿੱਖਾ ਹੋ ਜਾਂਦਾ ਹੈ। ਪਿਆਰ ਵਿੱਚ ਇਸਤਰੀ ਦਾ ਰੋਲ ਵਧੇਰੇ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਉਸਨੇ ਵਧੇਰੇ ਬੰਧਨਾਂ ਨੂੰ ਤੋੜ ਕੇ ਆਪਾ ਪ੍ਰਗਟਾਉਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਸਮਾਜ ਜਿਹੜੀਆਂ ਸਜ਼ਾਵਾਂ ਇਸਤਰੀ ਨੂੰ ਦਿੰਦਾ ਹੈ ਉਹ ਪੁਰਸ਼ ਨੂੰ ਨਹੀਂ ਦਿੰਦਾ। ਪ੍ਰੇਮੀ ਨੂੰ ਪ੍ਰਭਾਵਿਤ ਤਾਂ ਪ੍ਰੇਮਿਕਾ ਦਾ ਚਿਹਰਾ ਕਰਦਾ ਹੈ, ਪਰ ਜੋ ਯਾਦ ਰਹਿੰਦਾ ਹੈ ਉਹ ਉਸਦੀ ਸ਼ਖਸੀਅਤ ਹੁੰਦੀ ਹੈ। ਜਦੋਂ ਪਿਆਰਾ ਗੁਆਚ ਜਾਵੇ ਤਾਂ ਅੱਖਾਂ ਕਮਲੀਆਂ ਜਿਹੀਆਂ ਹੋ ਕੇ ਉਸ ਨੂੰ ਲੱਭਦੀਆਂ ਰਹਿੰਦੀਆਂ ਹਨ ਅਤੇ ਇੰਜ ਲੱਗਦਾ ਹੈ ਜਿਵੇਂ ਦੂਜੇ ਨੇ ਸਾਡੇ ਸਰੀਰ ਦੀਆਂ ਨਾੜਾਂ ਖਿੱਚ ਲਈਆਂ ਹੋਣ। ਇੱਕ ਪ੍ਰੇਮਿਕਾ ਨੇ ਲਿਖਿਆ, ਰਾਤੀ ਤੇਰਾ ਸੁਪਨਾ ਆਇਆ ਸੀ ਅਤੇ ਪਹਿਲਾਂ ਵਾਂਗ ਹੀ ਰੱਬ ਕਹਿਣ ਲੱਗਾ, ਮੰਗ ਜੋ ਮੰਗਣਾ ਹੈ। ਮੈਂ ਕਿਹਾ, ਤੂੰ ਜਾਣੀ ਜਾਣ ਹੈ, ਤੈਨੂੰ ਪਤਾ ਹੈ ਮੈਂ ਕੀ ਮੰਗਦੀ ਹਾਂ, ਫਿਰ ਵਾਰ-ਵਾਰ ਕਿਉਂ ਪੁੱਛਦਾ ਹੈ। ਰੱਬ ਨੇ ਕਿਹਾ, ਬਾਰ-ਬਾਰ ਮੈਂ ਇਸ ਲਈ ਪੁੱਛਦਾ ਹਾਂ ਕਿ ਸ਼ਾਇਦ ਭੁੱਲ ਭੁਲੇਖੇ ਤੂੰ ਉਸ ਦੀ ਥਾਂ ਮੈਨੂੰ ਮੰਗ ਲਵੇਂ। ਪ੍ਰੇਮਿਕਾ ਦਾ ਦੁਨੀਆ ਦੇ ਕਿਸੇ ਵੀ ਰਿਸ਼ਤੇ ਵਿੱਚ ਤਰਜਮਾ ਨਹੀਂ ਹੋ ਸਕਦਾ। ਇਹੀ ਇਸ ਅਨੁਭਵ ਦੀ ਵਿਲੱਖਣਤਾ ਹੈ। ਜੇ ਪ੍ਰੇਮਿਕਾ ਦਾ ਸਾਥ ਹੋਵੇ ਤਾਂ ਸਾਰੇ ਰਸਤੇ ਆਪਣੇ ਅਤੇ ਸਾਰੀਆਂ ਮੰਜ਼ਿਲਾਂ ਨੇੜੇ ਲੱਗਣ ਲੱਗ ਪੈਂਦੀਆਂ ਹਨ। ਪਿਆਰ ਵਿੱਚ ਅਸੀਂ ਪਹੁੰਚਣ ਦੀ ਥਾਂ ਚੱਲਣ ਵਿੱਚ ਅਤੇ ਖੁਸ਼ ਹੋਣ ਨਾਲ ਉਦਾਸ ਹੋਣ ਵਿੱਚ ਵਧੇਰੇ ਆਨੰਦ ਲੈਂਦੇ ਹਾਂ। ਕਈ ਵਾਰੀ ਨਾ ਕੋਈ ਵਾਅਦਾ ਹੁੰਦਾ ਹੈ, ਨਾ ਹੀ ਮਿਲਣ ਦੀ ਕੋਈ ਉਮੀਦ, ਪਰ ਫਿਰ ਵੀ ਯਾਦਾਂ ਉਸ ਦੀ ਉਡੀਕ ਕਰਨ ਲਈ ਪ੍ਰੇਰਦੀਆਂ ਹਨ। ਉਡੀਕਣ ਦੀ ਆਦਤ ਕਾਰਨ ਅਕਸਰ ਪ੍ਰੇਮੀ ਪ੍ਰੇਮਿਕਾ ਕੋਲ ਬਹਿ ਕੇ ਵੀ ਉਸ ਦੀ ਉਡੀਕ ਕਰੀ ਜਾਂਦਾ ਹੈ। ਜਦੋਂ ਆਸ ਹੋਵੇ ਉਸਦੇ ਸੁਪਨੇ ਵਿੱਚ ਆਉਣ ਦੀ ਤਾਂ ਪ੍ਰੇਮੀ ਨੀਂਦ ਨਾ ਆਉਣ ਦੇ ਬਾਵਜੂਦ ਸੌਣ ਦਾ ਯਤਨ ਕਰਦਾ ਹੈ। ਇੱਕ ਵਾਰ ਉਹ ਸੁਪਨੇ ਵਿੱਚ ਆਈ ਸੀ ਅਤੇ ਆ ਕੇ ਬੈਠੀ ਰਹੀ। ਕੁਝ ਚਿਰ ਮਗਰੋਂ ਅੰਗੜਾਈ ਲੈ ਕੇ ਕਹਿਣ ਲੱਗੀ, ਅੱਛਾ ਮੈਂ ਚੱਲਦੀ ਹਾਂ। ਉਹ ਵਿਛੜੀ ਕੁਝ ਇਸ ਤਰ੍ਹਾਂ ਕਿ ਰੁੱਤ ਹੀ ਬਦਲ ਗਈ, ਰਾਹ ਗੁਆਚ ਗਿਆ ਤੇ ਜ਼ਿੰਦਗੀ ਵੀਰਾਨ ਹੋ ਗਈ। ਦੁਸ਼ਮਣਾਂ ਦੀ ਯਾਦ ਨਾਲ ਕਦਮ ਬੋਝਲ ਹੋ ਜਾਂਦੇ ਹਨ, ਪਿਆਰਿਆਂ ਦੀਆਂ ਯਾਦ ਨਾਲ ਥਕਾਵਟ ਲੈ ਜਾਂਦੀ ਹੈ। ਪਿਆਰਾ ਪਿਆਰਾ ਲੱਗਦਾ ਹੈ ਉਹ ਥਾਂ ਜਿੱਥੇ ਆਪਣਾ ਪਿਆਰਾ ਵਸਦਾ ਹੋਵੇ, ਕਿਉਂਕਿ ਉੱਥੇ ਹੀ ਵਸਦਾ ਹੈ ਸਾਰਾ ਜਹਾਨ। ਉਹ ਸਾਰੇ ਘਰ ਆਪਣੇ ਹੀ ਹਨ ਜਿੱਥੇ ਆਪਣਿਆਂ ਦਾ ਡੇਰਾ ਹੋਵੇ। ਦੂਰੀਆਂ ਕੁਝ ਵੀ ਨਹੀਂ ਹੁੰਦੀਆਂ ਜੇ ਦਿਲ ਨੇੜੇ ਹੋਣ। ਇਸੇ ਕਰਕੇ ਕਹਿੰਦੇ ਹਨ ਕਿ ਪ੍ਰੇਮੀਆਂ ਦਾ ਵਿਆਹ ਜਿੱਥੇ ਮਰਜ਼ੀ ਹੋ ਜਾਵੇ, ਉਹ ਆਪਣੀ ਮੁਹੱਬਤ ਨੂੰ ਯਾਦ ਰੱਖਦੇ ਹਨ। ਸੁਤੰਤਰਤਾ ਤੋਂ ਕੁਝ ਵਰ੍ਹੇ ਪਹਿਲਾਂ ਗਲੈਂਸੀ ਨਾਂ ਦਾ ਇੱਕ ਅੰਗਰੇਜ਼ ਪੰਜਾਬ ਦਾ ਗਵਰਨਰ ਸੀ, ਜਿਸ ਨੇ ਲੰਮਾ ਅਰਸਾ ਇਸ ਕਰਕੇ ਵਿਆਹ ਨਹੀਂ ਸੀ ਕਰਵਾਇਆ ਕਿਉਂਕਿ ਕੋਈ ਉਸਦੇ ਸੁਪਨਿਆਂ ਦੇ ਮੇਚ ਨਹੀਂ ਸੀ ਆਈ। ਇਹੋ ਜਿਹਾ ਜਦੋਂ ਪਿਆਰ ਕਰਦੇ ਹਨ ਤਾਂ ਸਿਰ ਭਾਰ ਡਿੱਗਦਾ, ਪਹਿਲਾਂ ਹੀ ਛਲ ਵਿੱਚ ਡੁੱਬ ਜਾਂਦੇ ਹਨ। ਇਹੋ ਜਿਹੇ ਜਦੋਂ ਪਿਆਰ ਕਰਦੇ ਹਨ ਤਾਂ ਸਿਰ ਭਾਰ ਡਿੱਗਦੇ, ਪਹਿਲੀ ਹੀ ਛਲ ਵਿੱਚ ਡੁੱਬ ਜਾਂਦੇ ਹਨ। ਗਲੈਂਸੀ ਨਾਲ ਵੀ ਐਵੇਂ ਹੀ ਹੋਇਆ। ਜੂਲੀਆ ਨਾਂ ਦੀ ਇੱਕ ਅੰਗਰੇਜ਼ ਕਾਲਜ ਅਧਿਆਪਕ ਨਾਲ ਲਾਹੌਰ ਕਾਲਜ ਵਿੱਚ ਜਦੋਂ ਉਸ ਦਾ ਮੇਲ ਹੋਇਆ ਤਾਂ ਗਲੈਂਸੀ ਨੇ ਝੱਟ ਹੀ ਵਿਆਹ ਵੀ ਕਰਵਾ ਲਿਆ। ਇਸ ਕਾਰਨ ਉਹ ਦੋਵੇਂ ਚਰਚਾ ਦਾ ਵਿਸ਼ਾ ਬਣੇ ਸਨ। ਜੂਲੀਆ ਸੋਹਣੀ ਤਾਂ ਹੈ ਹੀ ਸੀ, ਪਰ ਉਹ ਮਸ਼ਹੂਰ ਆਪਣੀ ਆਜ਼ਾਦ ਤਬੀਅਤ ਕਰਕੇ ਹੋਈ। ਉਰਦੂ ਅਖਬਾਰਾਂ ਨੇ ਉਸ ਦਾ ਨਾਂ ਨੂਰ ਜਹਾਨ ਰੱਖਿਆ ਹੋਇਆ ਸੀ, ਕਿਉਂਕਿ ਗਵਰਨਰ ਉੱਤੇ ਉਸ ਦਾ ਉਹੀ ਪ੍ਰਭਾਵ ਸੀ ਜਿਹੋ ਜਿਹਾ ਜਹਾਂਗੀਰ ਉੱਤੇ ਨੂਰ ਜਹਾਨ ਦਾ ਸੀ। ਇੱਕ ਵਾਰੀ ਸ਼ਿਮਲੇ ਖੁੱਲ੍ਹੀ ਕਾਰ ਵਿੱਚ ਘੁੰਮਦਿਆਂ ਉਹ ਇੱਕੋ ਇੱਕ ਪੈਟਰੋਲ ਪੰਪ 'ਤੇ ਗਏ ਤਾਂ ਪੈਟਰੋਲ ਪੰਪ ਦਾ ਮਾਲਕ ਉਹ ਅੰਗਰੇਜ਼ ਸੀ ਜਿਸ ਨੂੰ ਚੜ੍ਹਦੀ ਜਵਾਨੀ ਵਿੱਚ ਜੂਲੀਆ ਨੇ ਪਿਆਰ ਕੀਤਾ ਸੀ। ਉਹ ਸਬੱਬ ਨਾਲ ਮਿਲੇ ਸਨ। ਪੈਟਰੋਲ ਪੰਪ ਦੇ ਮਾਲਕ ਨੇ ਕਿਹਾ, ਜੂਲੀਆ ਤੈਨੂੰ ਯਾਦ ਹੈ ਅਸੀਂ ਪੜ੍ਹਦਿਆਂ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਸਾਂ। ਜੂਲੀਆ ਨੇ ਕਿਹਾ, ਹਾਂ ਚੰਗੀ ਤਰ੍ਹਾਂ ਯਾਦ ਹੈ, ਸਭ ਕੁਝ, ਹਰ ਗੱਲ ਯਾਦ ਹੈ। ਇਹ ਗੱਲਬਾਤ ਗਵਰਨਰ ਪਤੀ ਨੇ ਵੀ ਸੁਣ ਲਈ ਤੇ ਉਸਨੇ ਆਪਣੀ ਪਤਨੀ ਨੂੰ ਕਿਹਾ, ਤੂੰ ਇਸ ਨੂੰ ਦੱਸ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਕੇ ਕਿਤਨੀ ਖੁਸ਼ ਹੈ। ਜੂਲੀਆ ਨੇ ਕਿਹਾ, ਅਜਿਹਾ ਦੱਸਣ ਦੀ ਕੀ ਲੋੜ ਹੈ।
ਗਵਰਨਰ ਪਤੀ ਨੇ ਕਿਹਾ, ਇਹ ਕੇਵਲ ਪੈਟਰੋਲ ਪੰਪ ਦਾ ਮਾਲਕ ਹੈ, ਮੈਂ ਤੇਰਾ ਪਤੀ ਪੰਜਾਬ ਦਾ ਗਵਰਨਰ ਹਾਂ। ਜੂਲੀਆ ਨੇ ਕਿਹਾ, ਜੇ ਮੈਂ ਇਸ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਇਸ ਨੇ ਵੀ ਗਵਰਨਰ ਬਣ ਜਾਣਾ ਸੀ। ਕੁਝ ਦਿਨ ਹੁੰਦੇ ਹਨ ਜਦੋਂ ਯਾਦਾਂ ਦਾ ਝੁਰਮਟ ਸੰਘਣਾ ਹੋ ਜਾਂਦਾ ਹੈ ਅਤੇ ਸਾਡੇ ਸਾਰੇ ਦਰਦ ਡੁੱਬ ਜਾਂਦੇ ਹਨ ਅਤੇ ਬਿਰਹਾ ਜਾਗ ਪੈਂਦੀ ਹੈ। ਪ੍ਰੇਮੀ ਲਈ ਵਿਰਹਾ ਹੀ ਉਸਦੀ ਪ੍ਰਾਰਥਨਾ ਹੈ। ਪਿਆਰੇ ਨੂੰ ਯਾਦ ਕਰਦਿਆਂ ਅਸੀਂ ਆਪਣਾ ਆਪ ਦਾਨ ਕਰ ਦਿੰਦੇ ਹਾਂ ਅਤੇ ਇੱਥੋਂ ਸ਼ੁਰੂ ਕਰਦੇ ਹਾਂ ਮਨ ਦੀ ਅੰਦਰਲੀ ਯਾਤਰਾ, ਜਿਹੜੀ ਆਰੰਭ ਅਤੇ ਅੰਤ ਤੋਂ ਮੁਕਤ ਹੁੰਦੀ ਹੈ। ਯਾਦਾਂ ਵਿੱਚ ਵਿਚਰਦਿਆਂ ਅਸੀਂ ਆਪਣੇ ਪਿਆਰਿਆਂ ਨੂੰ ਐਵੇਂ ਮਿਲਦੇ ਹਾਂ ਜਿਵੇਂ ਮਿਲਦਾ ਹੈ ਸੁੱਕੀਆਂ ਬੇਲਾਂ ਨੂੰ ਪਾਣੀ। ਧੰਨਵਾਦ।